ਹੈਲੋ, ਮੈਂ ਤੁਹਾਡਾ ਸਾਰਿਆਂ ਦਾ ਇਸ ਔਨਲਾਈਨ ਵੀਡੀਓ ਸੈਸ਼ਨ ਦੇ ਵਿੱਚ ਵੈਲਕਮ ਕਰਦਾ ਹਾਂ। ਆਈ ਐਮ ਸੋਨਜੀਤ ਰਾਹੁਲ, ਲੈਕਚਰਰ ਸਿਵਲ ਇਨ ਗੌਰਮੈਂਟ ਪੋਲੀਟੈਕਨਿਕ ਕਾਲਜ ਤਲਵਾੜਾ। ਇਹ ਵੀਡੀਓ ਇੱਕ ਇੰਟਰੋਡਕਟਰੀ ਲੈਕਚਰ ਹੈ ਇੱਕ ਸਬਜੈਕਟ ਦਾ ਰੀਇਨਫੋਰਸਡ ਸੀਮੈਂਟ ਕੰਕਰੀਟ ਡਿਜ਼ਾਈਨ, ਜੋ ਕਿ ਡਿਪਲੋਮਾ ਲੈਵਲ ਦਾ ਜਾਂ ਡਿਗਰੀ ਲੈਵਲ ਦਾ ਸਬਜੈਕਟ ਹੈ। ਇਸ ਵਿੱਚ ਮੈਂ ਕੋਈ ਡਿਗਰੀ ਲੈਵਲ ਦਾ ਬਾਰੇ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗਾ। ਸਿਰਫ ਡਿਪਲੋਮਾ ਲੈਵਲ 'ਤੇ ਜੋ ਵੀ ਸਬਜੈਕਟ ਦੇ ਰਿਗਾਰਡਿੰਗ ਸਿਰਫ ਉਸੇ ਰਿਗਾਰਡਿੰਗ ਹੀ ਇਹ ਵੀਡੀਓ ਮੇਰੀ ਕਵਰ ਹੋਏਗੀ। ਇੰਟਰੋਡਕਟਰੀ ਲੈਕਚਰ ਹੈ। ਸੋ ਇਸ ਵੀਡੀਓ ਦੇ ਵਿੱਚ ਮੈਂ ਕਵਰ ਕਰਾਂਗਾ ਵਟ ਇਜ਼ RCCD, ਟਾਈਪਸ ਆਫ ਡਿਜ਼ਾਈਨ, ਸਿਲੇਬਸ ਇਸ ਸਬਜੈਕਟ ਦਾ, ਪੇਪਰ ਸਟਾਈਲ ਕੀ ਹੋਏਗਾ ਇਸ ਦਾ, RCCD ਸਬਜੈਕਟ ਨੂੰ ਪੜ੍ਹ ਕੇ ਕੀ ਫਾਇਦੇ ਹੋ ਸਕਦੇ ਹਨ। ਨੈਕਸਟ ਹੈ ਵਟ ਇਜ਼ RCCD। R ਮੀਨਸ ਰੀਇਨਫੋਰਸ। ਰੀਇਨਫੋਰਸ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਸਟਰੈਂਥ ਦੇਣੀ, ਕਿਸੇ ਚੀਜ਼ ਨੂੰ ਸਪੋਰਟ ਦੇਣੀ ਬਾਈ ਪ੍ਰੋਵਾਈਡਿੰਗ ਐਡੀਸ਼ਨਲ ਮਟੀਰੀਅਲ। ਮਤਲਬ ਕਿਸੇ ਤੁਹਾਡੇ ਕੋਲ ਕੋਈ ਸਬਸਟਾਂਸ ਆ, ਕੋਈ ਚੀਜ਼ ਆ, ਕੋਈ ਆਬਜੈਕਟ ਆ, ਕੋਈ ਮਟੀਰੀਅਲ ਆ, ਉਹਦੇ ਵਿੱਚ ਕੋਈ ਐਡੀਸ਼ਨਲ ਮਟੀਰੀਅਲ ਐਡ ਕਰਕੇ ਉਹਦੀ ਸਟਰੈਂਥ ਨੂੰ ਇਨਕਰੀਜ਼ ਕਰਨਾ, ਇਹਦਾ ਮਤਲਬ ਹੁੰਦਾ ਰੀਇਨਫੋਰਸ। ਇਹਦੇ ਵਿੱਚ ਆਪਾਂ ਕਿਸ ਦੀ ਸਟਰੈਂਥ ਇਨਕਰੀਜ਼ ਕਰਦੇ ਪਏ ਆ? ਸੀਮੈਂਟ ਕੰਕਰੀਟ ਦੀ, ਕਿਉਂਕਿ 5th ਸਮੈਸਟਰ ਦੇ ਵਿੱਚ ਇੱਕ ਸਬਜੈਕਟ ਹੁੰਦਾ ਡਿਪਲੋਮਾ ਦੇ ਵਿੱਚ। 4th ਸਮੈਸਟਰ ਦੇ ਵਿੱਚ ਸੀਮੈਂਟ ਕੰਕਰੀਟ ਬਾਰੇ, ਸੀਮੈਂਟ ਕੰਕਰੀਟ ਦਾ ਵੀ ਇੱਕ ਸਬਜੈਕਟ ਹੁੰਦਾ ਜੋ ਸਟੂਡੈਂਟਸ ਡਿਪਲੋਮਾ ਕਰ ਰਹੇ ਨੇ, ਕਿਉਂਕਿ 5th ਸਮੈਸਟਰ ਦਾ ਸਬਜੈਕਟ RCCD। 4th ਸਮੈਸਟਰ ਦੇ ਵਿੱਚ ਉਹ ਸੀਮੈਂਟ ਕੰਕਰੀਟ ਪੜ੍ਹ ਚੁੱਕੇ ਨੇ, ਤਾਂ ਉਹਨਾਂ ਨੂੰ ਪਤਾ ਹੋਏਗਾ ਸੀਮੈਂਟ ਕੰਕਰੀਟ ਕੀ ਹੁੰਦਾ, ਪਲੇਨ ਸੀਮੈਂਟ ਕੰਕਰੀਟ ਕੀ ਹੁੰਦਾ, ਰੀਇਨਫੋਰਸਡ ਸੀਮੈਂਟ ਕੰਕਰੀਟ ਕੀ ਹੁੰਦਾ। ਫਿਰ ਵੀ ਮੈਂ ਇੱਕ ਵਾਰੀ, ਕਿਉਂਕਿ ਸਬਜੈਕਟ ਦਾ ਨੇਮ ਆ ਰੀਇਨਫੋਰਸਡ ਸੀਮੈਂਟ ਕੰਕਰੀਟ, ਕੋਈ ਡਾਊਟ ਨਾ ਹੋਵੇ, ਮੈਂ ਇੱਕ ਵਾਰੀ ਦੁਬਾਰਾ ਦੱਸਦੇ ਹਾਂ। C ਫॉर ਸੀਮੈਂਟ। ਸੀਮੈਂਟ ਇੱਕ ਬਾਈਂਡਿੰਗ ਮਟੀਰੀਅਲ ਹੁੰਦਾ ਜੋ ਕਿ ਬਾਕੀ ਮਟੀਰੀਅਲਸ ਨੂੰ ਜੋੜ ਕੇ ਰੱਖਦਾ। C ਸਟੈਂਡ ਫॉर ਕੰਕਰੀਟ। Concrete is a mixture of binding material, that is cement, fine aggregate, that is sand, reta, coarse aggregate, broken stone or gravel, coarse aggregate ਹੁੰਦੇ ਆ like ਬਜਰੀ, and water, ਪਾਣੀ in specified proportion। ਇਹ ਨਹੀਂ ਆ ਵੀ ਜਿੰਨੀ ਮਰਜ਼ੀ ਚੀਜ਼ ਜੋ ਨਾ ਦਿਲ ਕਰਦਾ ਪਾ ਲਓ। ਇਹਦਾ ਹਰ ਇੱਕ ਇਨਗ੍ਰੇਡੀਐਂਟ ਦਾ ਇੱਕ ਸਪੈਸੀਫਾਈਡ ਪ੍ਰਪੋਰਸ਼ਨ ਹੋਏਗਾ, ਬਾਈ ਵੇਟ ਜਾਂ ਬਾਈ ਵੋਲੀਅਮ, ਬਾਈ ਪ੍ਰਪੋਰਸ਼ਨ ਜਾਂ ਰੇਸ਼ੋ ਦੇ ਹਿਸਾਬ ਨਾਲ ਹੀ ਹਰ ਇੱਕ ਇਨਗ੍ਰੇਡੀਐਂਟ ਐਡ ਕੀਤਾ ਜਾਏਗਾ। ਉਸ ਨੂੰ ਕਹਿੰਦੇ ਆਪਾਂ ਸੀਮੈਂਟ ਕੰਕਰੀਟ, ਸਿੰਪਲੀ ਕੰਕਰੀਟ। ਅਗਰ ਕੰਕਰੀਟ ਦੇ ਵਿੱਚ ਬਾਈਂਡਿੰਗ ਮਟੀਰੀਅਲ ਸੀਮੈਂਟ ਹੋਏਗਾ then concrete is called cement concrete. If cement concrete is reinforced with any other additional material, then the cement concrete is known as reinforced cement concrete। ठीक है। D stand for design। तो डिज़ाइन ਕੀ ਹੁੰਦਾ? डिज़ाइन ਇੱਕ ਪਲਾਨਿੰਗ ਹੈ, ਮਤਲਬ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਹੀ ਕੁਛ ਪਲਾਨਿੰਗ ਕਰਨੀ, ਕੁਛ ਸਪੈਸੀਫਿਕੇਸ਼ਨਸ ਦੇਣਾ ਤਾਂ ਕਿ ਕੋਈ ਆਬਜੈਕਟ ਜਾਂ ਕੋਈ ਸਿਸਟਮ ਕ੍ਰੀਏਟ ਕਰਨ ਤੋਂ ਪਹਿਲਾਂ ਕਿਸੇ ਦੀ ਪਲਾਨਿੰਗ ਕਰਨੀ, ਉਹਦੀ ਸਪੈਸੀਫਿਕੇਸ਼ਨ ਪ੍ਰੋਵਾਈਡ ਕਰਨੀ, ਅਤੇ ਉਸ ਤੋਂ ਬਾਅਦ ਉਸ ਸਪੈਸੀਫਿਕੇਸ਼ਨ ਨੂੰ ਜਾਂ ਪਲਾਨ ਨੂੰ ਇੰਪਲੀਮੈਂਟ ਕਰਨਾ ਉਸ ਐਕਟੀਵਿਟੀ ਦੇ ਵਿੱਚ। ਮਤਲਬ ਜਿਸ ਚੀਜ਼ ਦੀ ਆਪਾਂ ਕੰਸਟਰਕਸ਼ਨ ਕਰਦੇ ਪਏ ਉਸ ਨੂੰ ਪਹਿਲਾਂ ਹੀ ਪਲੈਨਿੰਗ ਕਰਕੇ ਕੁਛ ਸਪੈਸੀਫਿਕੇਸ਼ਨ ਸਟੈਂਡਰਡ ਗਾਈਡਲਾਈਨਸ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਹੀ ਉਹਦਾ ਇੱਕ ਪਲਾਨਿੰਗ ਕਰ ਲਈ ਜਾਂਦੀ, ਫਿਰ ਉਸ ਪਲਾਨ ਨੂੰ ਇੰਪਲੀਮੈਂਟ ਕੀਤਾ ਜਾਂਦਾ। ਸੋ ਡਿਜ਼ਾਈਨ ਕਾਫੀ ਤਰ੍ਹਾਂ ਦਾ ਹੁੰਦਾ, ਹਰ ਫੀਲਡ ਦੇ ਵਿੱਚ ਡਿਜ਼ਾਈਨ ਹੁੰਦਾ। ਅਗਰ ਕੋਈ ਵੀ ਆਪਾਂ ਪ੍ਰੋਜੈਕਟ ਕਰਨਾ, ਕੋਈ ਚੀਜ਼ ਬਣਾਉਣੀ ਹੈ, ਸਭ ਤੋਂ ਪਹਿਲਾਂ ਉਸਦਾ ਡਿਜ਼ਾਈਨ ਕਰਨਾ ਪੈਂਦਾ ਹੈ।
ਸਿਵਲ ਇੰਜੀਨੀਅਰਿੰਗ ਦੇ ਵਿੱਚ ਮੇਜਰਲੀ 2 ਟਾਈਪਸ ਆਫ ਡਿਜ਼ਾਈਨ ਹੁੰਦੇ ਆ, ਆਰਕੀਟੈਕਚਰਲ ਡਿਜ਼ਾਈਨ, ਸਟਰਕਚਰਲ ਡਿਜ਼ਾਈਨ। ਆਰਕੀਟੈਕਚਰਲ ਡਿਜ਼ਾਈਨ is related to the architectural part. It's a part of civil engineering, but ਅਗਰ ਆਪਾਂ ਡਿਪਲੋਮਾ ਲੈਵਲ ਦੇ ਕੋਰਸ ਦੀ ਗੱਲ ਕਰੀਏ ਤਾਂ ਆਰਕੀਟੈਕਚਰ ਸਿਵਲ ਇੰਜੀਨੀਅਰਿੰਗ ਡਿਪਲੋਮਾ ਦਾ ਪਾਰਟ ਨਹੀਂ ਹੈ। ਇਹੀ ਡਿਫਰੈਂਸ ਆ ਸਿਵਲ ਇੰਜੀਨੀਅਰ ਐਂਡ ਆਰਕੀਟੈਕਚਰ ਦੇ ਵਿੱਚ। ਆਰਕੀਟੈਕਚਰਲ ਡਿਜ਼ਾਈਨ ਕਰਦੇ ਆ, ਅਗਰ ਆਪਾਂ ਕੋਈ ਸਿਵਲ ਇੰਜੀਨੀਅਰ ਆ ਉਹ ਸਟਰਕਚਰਲ ਡਿਜ਼ਾਈਨ ਕਰਦਾ ਹੈ। ਆਰਕੀਟੈਕਚਰਲ ਡਿਜ਼ਾਈਨ ਰਿਲੇਟਸ ਟੂ ਦਾ ਅਸਥੈਟਿਕ ਮੀਨ ਵਟ ਵਿਲ ਬੀ ਦਾ ਲੁੱਕ, ਵਟ ਵਿਲ ਬੀ ਦਾ ਅਪੀਅਰੈਂਸ ਆਫ ਦਾ ਬਿਲਡਿੰਗ, ਮਤਲਬ ਐਕਸਟੀਰੀਅਰ ਡਿਜ਼ਾਈਨਿੰਗ ਐਂਡ ਇੰਟੀਰੀਅਰ ਡਿਜ਼ਾਈਨਿੰਗ। ਪਰ ਉਹਦੇ ਵਿੱਚ ਕਿੰਨਾ ਮਟੀਰੀਅਲ ਹੋਏਗਾ, ਕਿਹੜਾ ਮਟੀਰੀਅਲ ਯੂਜ਼ ਕਰਨਾ, ਮਟੀਰੀਅਲ ਦੀ ਕੀ ਸਟਰੈਂਥ ਹੋਏਗੀ, ਉਹ ਸਭ ਕੁਛ ਆਉਂਦਾ ਹੈ ਸਟਰਕਚਰਲ ਡਿਜ਼ਾਈਨ ਦੇ ਵਿੱਚ। ਸਟਰਕਚਰ ਡਿਜ਼ਾਈਨ ਸੋ ਰਿਲੇਟਡ ਟੂ ਦਾ ਸਟਰੈਂਥ ਪਾਰਟ। ਆਰਕੀਟੈਕਚਰਲ design relates to the look, appearance or aesthetic part। next ਹੈ ਸਟਰਕਚਰ ਡਿਜ਼ਾਈਨ ਦੇ ਵਿੱਚ ਆਪਾਂ ਕੀ ਕਰਨਾ ਹੁੰਦਾ। ਇੱਕ ਤਾਂ ਪਹਿਲਾਂ ਸਭ ਤੋਂ ਸਿੰਪਲੀ ਮੈਂ ਦੱਸ ਦੇਵਾਂ, ਰੀਇਨਫੋਰਸ ਸੀਮੈਂਟ ਕੰਕਰੀਟ ਦੇ ਵਿੱਚ ਹੁੰਦਾ ਕੀ ਹੈ। ਇਹਦੇ ਵਿੱਚ ਇੱਕ ਲੋਡਸ, ਫੋਰਸਿਸ ਜਾਂ ਮੂਵਮੈਂਟਸ ਕੈਲਕੂਲੇਟ ਕਰਨੀਆਂ ਹੁੰਦੀਆਂ, ਜੋ ਕਿ ਇਸ ਤੋਂ ਪਹਿਲਾਂ ਇੱਕ 4th ਸਮੈਸਟਰ ਦੇ ਵਿੱਚ ਸਟਰਕਚਰਲ ਮਕੈਨਿਕਸ ਦਾ ਇੱਕ ਸਬਜੈਕਟ ਹੁੰਦਾ। ਉਹਦੇ ਵਿੱਚ ਤੁਸੀਂ 4th ਸਮੈਸਟਰ ਦੇ ਵਿੱਚ ਡਿਪਲੋਮਾ ਸਟੂਡੈਂਟਸ ਨੇ ਪੜ੍ਹਿਆ ਹੋਏਗਾ ਲੋਡਸ ਕਿੱਦਾਂ ਕੈਲਕੂਲੇਟ ਕਰਨਾ, ਫੋਰਸ ਕਿਹੜੀਆਂ ਫੋਰਸਿਸ ਹੁੰਦੀਆਂ, ਮੂਵਮੈਂਟਸ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ, ਕਿੱਦਾਂ ਕੈਲਕੂਲੇਟ ਕਰਨਾ, ਇਹ ਸਭ ਕੁਛ ਪੜ੍ਹਿਆ। ਸੋ ਰੀਇਨਫੋਰਸਡ ਸੀਮੈਂਟ ਕੰਕਰੀਟ ਇਜ਼ ਦਾ ਐਡਵਾਂਸਡ ਸਬਜੈਕਟ आफ्टर स्ट्रक्चर मकैनिक्स एंड सीमेंट कंक्रीट। और मे बी कह सकते हैं अगर स्ट्रक्चरल मकैनिक्स प्लस सीमेंट कंक्रीट दी नॉलेज होना रीइनफोर्स सीमेंट कंक्रीट दे लई बहुत ਜ਼ਰੂਰੀ ਹੈ। ਅਗਰ ਇਹਦਾ ਆਪਾਂ ਰੀਇਨਫੋਰਸ ਸੀਮੈਂਟ ਕੰਕਰੀਟ ਦਾ ਡਿਜ਼ਾਈਨ ਕਰਨਾ, ਸੋ ਇਹ ਰੀਇਨਫੋਰਸਡ ਸੀਮੈਂਟ ਕੰਕਰੀਟ ਇੱਕ ਇੱਦਾਂ ਦਾ ਸਬਜੈਕਟ ਹੈ ਜਿਹੜਾ ਕਿ ਸਟਰਕਚਰ ਮਕੈਨਿਕਸ ਐਂਡ ਸੀਮੈਂਟ ਕੰਕਰੀਟ ਦੋਨੋਂ ਸਬਜੈਕਟਸ ਦੇ ਨਾਲ ਰਿਲੇਟਡ ਆ। ਅਗਰ ਸਟਰਕਚਰਲ ਮਕੈਨਿਕਸ ਦੇ ਫਾਰਮੂਲੇਜ਼ ਜਾਂ ਕੈਲਕੂਲੇਸ਼ਨਸ ਜਾਂ ਨਿਊਮੈਰੀਕਲਸ ਥੋੜ੍ਹੇ ਤੁਸੀਂ ਕੁਛ ਸਟੂਡੈਂਟਸ ਵੀਕ ਹੁੰਦੇ ਨੇ ਨਿਊਮੈਰੀਕਲ ਪਾਰਟ ਦੇ ਵਿੱਚ, ਸੋ ਇਹ ਕੁਛ ਫਾਰਮੂਲੇ ਉਹਦੇ ਸਟਰਕਚਰ ਮਕੈਨਿਕਸ ਦੇ ਰੀਇਨਫੋਰਸ ਸੀਮੈਂਟ ਕੰਕਰੀਟ ਦੇ ਵਿੱਚ ਯੂਜ਼ ਹੁੰਦੇ ਆ ਫॉर ਦ ਕੈਲਕੂਲੇਸ਼ਨ ਆਫ ਲੋਡਸ, ਮੂਵਮੈਂਟਸ ਐਕਸੈਕਟਰਾ। ਉਸ ਤੋਂ ਬਾਅਦ ਆਪਾਂ ਲੋਡਸ, ਫੋਰਸਿਸ, ਮੂਵਮੈਂਟ ਕੈਲਕੂਲੇਟ ਕਰਨ ਤੋਂ ਬਾਅਦ ਏਰੀਆ ਆਫ ਸਟੀਲ ਰੀਇਨਫੋਰਸਮੈਂਟ ਕੈਲਕੂਲੇਟ ਕਰਨਾ। ਉਸ ਤੋਂ ਬਾਅਦ ਕੰਕਰੀਟ ਦਾ ਸੈਕਸ਼ਨ ਜੋ ਵੀ ਹੋਏਗਾ, ਮੇ ਬੀ ਬੀਮ, ਕਾਲਮ, ਫੁਟਿੰਗ, ਸਟੇਅਰਸ, ਸਲੈਬਸ, ਉਹਦਾ ਕ੍ਰਾਸ ਸੈਕਸ਼ਨਲ ਏਰੀਆ ਕੈਲਕੂਲੇਟ ਕਰਨਾ। ਇਹਦੇ ਵਿੱਚ ਜਿਹੜੀ ਰੀਇਨਫੋਰਸਮੈਂਟ ਪਾਉਣੀ ਆ, ਰੀਇਨਫੋਰਸਮੈਂਟ ਦੇ ਲਈ ਜਿਹੜਾ ਵੀ ਮਟੀਰੀਅਲ ਤੁਸੀਂ ਪ੍ਰੋਵਾਈਡ ਕਰਨਾ, ਫੋਰ ਐਗਜ਼ਾਮਪਲ ਸਟੀਲ ਵਾਰਸ ਦਾ ਡਾਇਆਮੀਟਰ ਕਿੰਨਾ ਹੋਏਗਾ, ਨੰਬਰ ਆਫ ਸਟੀਲ ਵਾਰਸ ਕਿੰਨੀਆਂ ਹੋਣਗੀਆਂ, ਅਗਰ ਸਟੀਲਸ ਵਾਰ ਇੱਕ ਤੋਂ ਜ਼ਿਆਦਾ ਉਹਨਾਂ ਦੇ ਵਿੱਚ ਸਪੇਸਿੰਗ ਕਿੰਨੀ ਹੋਏਗੀ, ਅਗਰ ਸਟੀਲ ਵਾਰ ਦੀ ਲੈਂਥ ਘੱਟ ਆ ਤੁਸੀਂ ਲੰਬੀ ਲੈਂਥ ਪ੍ਰੋਵਾਈਡ ਕਰਨੀ, ਉਹਦੀ ਓਵਰਲੈਪਿੰਗ ਦੇਣੀ ਹੈ ਇੱਕ ਦੂਜੇ ਦੇ ਉੱਪਰ ਚੜ੍ਹਾ ਕੇ, ਓਵਰਲੈਪਿੰਗ ਲੈਂਥ ਕਿੰਨੀ ਹੋਣੀ ਚਾਹੀਦੀ ਹੈ। ਇਹਨਾਂ ਸਭ ਦੇ ਲਈ ਮਿਨੀਮਮ ਕੰਡੀਸ਼ਨ ਕੀ ਹੋਏਗੀ, ਮੈਕਸੀਮਮ ਕੰਡੀਸ਼ਨਸ ਕੀ ਹੋਏਗੀ, ਕੀ ਚੈੱਕਸ ਲਗਾਉਣੇ ਪੈਣਗੇ, ਆਪਾਂ ਡਿਟੇਲ ਦੇ ਵਿੱਚ ਫਰਦਰ ਕਮਿੰਗ ਵੀਡੀਓਜ਼ ਦੇ ਵਿੱਚ ਡਿਟੇਲ ਦੇ ਵਿੱਚ ਪੜ੍ਹਾਂਗੇ। ਸੋ ਨੈਕਸਟ ਇਜ਼ ਸਿਲੇਬਸ। ਜੋ ਵੀ ਡਿਪਲੋਮਾ ਲੈਵਲ ਦਾ ਸਿਲੇਬਸ ਆ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਦੇ ਅਕੋਰਡਿੰਗ ਹੀ ਹੈ। ਇਹ ਤੁਸੀਂ PBTechED.com ਤੋਂ ਵੀ ਡਾਊਨਲੋਡ ਕਰ ਸਕਦੇ ਹੋ। ਇਹ ਸਾਰਾ ਸਿਲੇਬਸ ਐਜ਼ ਪਰ PSBT ਦੇ ਅਕੋਰਡਿੰਗ ਹੀ ਹੈ। ਦੀਜ਼ ਆਰ ਦਾ chapters and chapter names, number of chapters, introduction,
फस्ट चैप्टर सैकेंड मैथड्स ऑफ RCC डिजाइन ਸ਼ੀਅਰ ਐਂਡ ਡਿਵੈਲਪਮੈਂਟ ਲੈਂਥ। ਮੈਂ ਕਿਸੇ ਚੈਪਟਰ ਬਾਰੇ ਹਜੇ ਕੁਛ ਨਹੀਂ ਦੱਸਾਂਗਾ। ਇਹ ਹਰ ਇੱਕ ਚੈਪਟਰ ਦੇ ਪਾਰਟ ਵਾਈਜ਼ ਵੀਡੀਓਜ਼ ਮੈਂ ਨੈਕਸਟ ਵੀਡੀਓਜ਼ ਦੇ ਵਿੱਚ ਅਪਲੋਡ ਕਰਾਂਗਾ। ਥਰਡ ਚੈਪਟਰ ਹੈ ਸ਼ੀਅਰ ਐਂਡ ਡਿਵੈਲਪਮੈਂਟ ਲੈਂਥ। ਜਸਟ ਨੇਮ ਆਪਾਂ ਦੇਖ ਲਈਏ ਕੀ ਹੈ ਚੈਪਟਰ ਦੇ। फोर्थ चैप्टर है कंसेप्ट ऑफ लिमिट स्टेट मेथड। फिफ्थ चैप्टर है सिंगली रीइंफोर्स्ड बीम। सिक्स्थ डबली रीइंफोर्स्ड बीम। बिहेवियर ऑफ टी बीम, इन्वर्टेड टी बीम, आइसोलेटेड टी बीम, एल बीम्स। एट्थ चैप्टर वन वे स्लैब। नाइन्थ चैप्टर टू वे स्लैब। टेंथ एक्सियल लोडेड कॉलम। दैन कॉलम फुटिंग। लास्ट वन इज प्री स्ट्रेस्ड कंक्रीट। ਇਹ ਸਾਰੇ ਚੈਪਟਰਸ ਜਿਹੜੇ ਕਿ ਆਪਾਂ ਇਸ ਸਬਜੈਕਟ ਦੇ ਵਿੱਚ ਕਵਰ ਕਰਾਂਗੇ। ਇਹਦੇ ਵਿੱਚ ਇੱਕ ਇੰਪੋਰਟੈਂਟ ਨੋਟ ਨੀਚੇ ਲਿਖਿਆ ਹੋਇਆ ਯੂਜ਼ ਆਫ ਬਿਊਰੋ ਆਫ ਇੰਡੀਅਨ ਸਟੈਂਡਰਡ 456 2000 ਇਜ਼ ਪਰਮਿਟਡ ਇਨ ਦੀ ਐਗਜ਼ਾਮੀਨੇਸ਼ਨ। ਇਹ ਮੈਂ ਸਬਜੈਕਟ ਸਟਾਰਟ ਕਰਨ ਤੋਂ ਪਹਿਲਾਂ ਇਹਦੇ ਬਾਰੇ ਥੋੜ੍ਹਾ ਦੱਸ ਦੇਵਾਂ। ਇਹ ਇੱਕ ਬਿਊਰੋ ਆਫ ਇੰਡੀਅਨ ਸਟੈਂਡਰਡ ਦਾ ਕੋਡ ਆ 456 2000। ਸਿਵਲ ਇੰਜੀਨੀਅਰਿੰਗ ਦੇ ਵਿੱਚ ਕਾਫੀ ਸਾਰੇ ਕੋਡ ਆਫ ਪ੍ਰੈਕਟਿਸ ਅਵੇਲੇਬਲ ਜੋ ਕਿ ਅਗਰ ਕਿਸੇ ਦੀ ਪਲਾਨਿੰਗ ਕਰਨੀ ਹੈ, ਡਿਜ਼ਾਈਨ ਕਰਨ ਵੇਲੇ ਯੂਜ਼ ਹੁੰਦਾ। ਇਹਦਾ ਮੇਜਰ ਬੈਨੀਫਿਟ ਇਸ ਸਬਜੈਕਟ ਦਾ ਇਹ ਹੈ IS 456 2000 ਜਿਹੜਾ ਕੋਡ ਉਹ ਐਗਜ਼ਾਮੀਨੇਸ਼ਨ ਦੇ ਵਿੱਚ ਅਲਾਊਡ ਹੈ। ਮੀਨਸ ਇਸ ਨੂੰ ਤੁਸੀਂ ਪੇਪਰ ਵੇਲੇ ਆਪਣੇ ਨਾਲ ਲੈ ਕੇ ਜਾ ਸਕਦੇ ਹੋ, ਜਿਹੜਾ ਕਿ ਹੈਲਪਫੁਲ ਹੋਏਗਾ ਤੁਹਾਨੂੰ ਪੇਪਰ ਕਰਨ ਦੇ ਲਈ। ਕਈ ਵਾਰ 20 to 25 ਮਾਰਕਸ ਦਾ ਜਿਹੜਾ ਪੇਪਰ ਹੁੰਦਾ ਉਹ ਮੋਸਟਲੀ IS 456 2000 ਦੇ ਵਿੱਚੋਂ ਹੀ ਆ ਜਾਂਦਾ ਕਿ ਪਾਸਿੰਗ ਮਾਰਕਸ ਹੁੰਦੇ 30। ਸੋ ਸਟੂਡੈਂਟਸ ਦੇ ਲਈ ਪਾਸ ਹੋਣ ਦੇ ਲਈ ਹੈਲਪਫੁਲ IS 456 2000। ਬਟ ਮਿਹਨਤ ਕਰਨੀ ਪੈਂਦੀ IS 456 2000 ਦੇ ਅਪਰੋਕਸੀਮੇਟ 100 ਦੇ ਨੀਅਰ ਅਬਾਊਟ ਪੇਜਿਸ ਹੁੰਦੇ। ਅਗਰ ਕੋਈ ਕੁਐਸਚਨ ਆਏਗਾ ਜਾਂ ਫਿਲਅਪਸ ਜਾਂ ਟਰੂ ਫਾਲਸ ਹੋਣਗੇ ਤਾਂ ਸਿੰਪਲੀ ਨਹੀਂ ਵੀ ਤੁਸੀਂ ਇਹਦੇ ਵਿੱਚੋਂ IS 456 ਦੇ ਵਿੱਚੋਂ ਲੱਭ ਲਓਗੇ, ਤੁਹਾਨੂੰ ਸਰਚ ਕਰਨੀ ਪਏਗੀ। ਸਿੰਪਲੀ 456 2000 ਅਗਰ ਤੁਸੀਂ ਸਮੈਸਟਰ ਦੇ ਵਿੱਚ ਇਹਨੂੰ ਯੂਜ਼ ਨਹੀਂ ਕੀਤਾ ਹੋਏਗਾ ਤਾਂ ਤੁਹਾਨੂੰ ਪੇਪਰ ਦੇ ਵਿੱਚ ਲੱਭਣ ਦੇ ਵਿੱਚ ਮੁਸ਼ਕਿਲ ਆਏਗੀ। ਸੋ ਮੈਂ ਰეკਮੈਂਡ ਕਰਾਂਗਾ ਅਗਰ ਇਸ ਸਬਜੈਕਟ ਨੂੰ ਸਟਾਰਟ ਕਰਨ ਤੋਂ ਪਹਿਲਾਂ IS 456 2000 ਕੋਡ ਤੁਹਾਡੇ ਕੋਲ ਹੋਣਾ ਚਾਹੀਦਾ। ਇਹ ਹੁਣ ਕਿੱਥੋਂ ਮਿਲੇਗਾ? ਸਿੰਪਲੀ ਤੁਸੀਂ ਗੂਗਲ 'ਤੇ ਲਿਖੋਗੇ IS 456 2000 ਤੁਸੀਂ ਸਿੰਪਲੀ ਡਾਊਨਲੋਡ ਕਰ ਸਕਦੇ ਇਹਦੀ PDF ਫਾਈਲ, ਨੋ ਪ੍ਰੋਬਲਮ। ਇਹਦੀ PDF ਫਾਈਲ ਡਾਊਨਲੋਡ ਕਰਕੇ ਪ੍ਰਿੰਟ ਆਊਟ ਕਢਵਾ ਕੇ ਆਪਣੇ ਕੋਲ ਰੱਖਣੀ ਹੈ, ਕਿਉਂਕਿ ਹਰ ਇੱਕ ਚੈਪਟਰ ਦੇ ਵਿੱਚ ਇਸ ਦੀ ਲੋੜ ਹੋਏਗੀ। ਇਹਦੇ ਵਿੱਚ ਕੀ ਹੋਏਗਾ ਉਹ ਆਪਾਂ ਡਿਟੇਲ ਦੇ ਵਿੱਚ ਚੈਪਟਰ ਵਾਈਜ਼ ਪੜ੍ਹਾਂਗੇ। ਕਾਫੀ ਸਾਰੇ ਫਾਰਮੂਲੇਜ਼, ਟੇਬਲਸ, ਕੁਛ ਸਟੇਟਮੈਂਟਸ ਹੁੰਦੀਆਂ, ਕੁਛ ਕਰਵਸ ਹੁੰਦੀਆਂ ਜਿਹੜਾ ਕਿ ਡਿਜ਼ਾਈਨ ਕਰਨ ਦੇ ਲਈ ਰਿਕੁਆਇਰਮੈਂਟ ਜੋ ਵੀ ਡਿਜ਼ਾਈਨ ਕਰਨ ਦੇ ਲਈ ਰਿਕੁਆਇਰਮੈਂਟਸ ਹੁੰਦੀਆਂ ਉਹ ਇਹਦੇ ਵਿੱਚ ਕੋਡ ਦੇ ਵਿੱਚ ਦਿੱਤੀਆਂ ਹੋਈਆਂ ਹਨ। ਅਗਰ ਆਪਾਂ ਸਮੈਸਟਰ ਦੇ ਵਿੱਚ ਇਹਨੂੰ ਪੇਪਰਾਂ ਤੋਂ ਪਹਿਲਾਂ ਇਹਨੂੰ ਯੂਜ਼ ਨਹੀਂ ਕਰਾਂਗੇ ਤਾਂ ਇਸ ਨੂੰ ਅੱਜ ਸਿੱਧਾ ਐਗਜ਼ਾਮੀਨੇਸ਼ਨ ਦੇ ਵਿੱਚ ਸਿੱਧਾ ਵਰਤਾਂਗੇ ਤਾਂ ਇਸ ਨੂੰ ਵਿੱਚੋਂ ਲੱਭਣ ਦੇ ਵਿੱਚ ਕਾਫੀ ਮੁਸ਼ਕਿਲ ਆਏਗੀ। ਸੋ ਇਹ IS 456 ਪਹਿਲਾਂ ਹੀ ਇਸ ਸਬਜੈਕਟ ਨੂੰ ਪੜ੍ਹਨ ਤੋਂ ਪਹਿਲਾਂ ਡਾਊਨਲੋਡ ਕਰ ਲੈਣਾ ਅਤੇ ਇਸ ਦੀ ਕਾਪੀ ਆਪਣੇ ਕੋਲ ਰੱਖ ਲੈਣੀ ਹੈ। ਸੋ ਹਾਂ, ਇੱਕ ਇੰਪੋਰਟੈਂਟ ਚੀਜ਼ ਇਹ ਤਾਂ IS 456 2000 ਕਿਉਂਕਿ ਪੇਪਰ ਦੇ ਵਿੱਚ ਨਾਲ ਲਿਜਾਣਾ ਹੈ, ਇਸਦੇ ਉੱਪਰ ਕੁਛ ਵੀ ਲਿਖਿਆ ਨਾ ਜਾਵੇ। ਕੁਛ ਵੀ ਨਾ ਲਿਖਣਾ, ਸਿਰਫ ਆਪਣਾ ਰਜਿਸਟ੍ਰੇਸ਼ਨ ਨੰਬਰ ਜਾਂ ਰੋਲ ਨੰਬਰ ਕੁਛ ਲਿਖ ਲੈਣਾ, ਇਸ ਤੋਂ ਇਲਾਵਾ ਕੁਛ ਹੋਰ ਨਾ ਲਿਖਣਾ। ਬਾਅਦ ਦੇ ਵਿੱਚ ਅਗਰ ਪੇਪਰ ਦੇ ਵਿੱਚ ਚੈਕਿੰਗ ਹੋਏਗੀ ਤਾਂ ਪ੍ਰੋਬਲਮ ਆਉਂਦੀ ਹੈ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ। ਨੈਕਸਟ ਹੈ
ਇਸ ਸਬਜੈਕਟ ਨੂੰ ਪੜ੍ਹਨ ਦੇ ਲਈ ਕਿਹੜੀਆਂ ਬੁੱਕਸ ਰੈਫਰਸ ਕੀਤੀਆਂ ਜਾ ਸਕਦੀਆਂ ਹਨ। ABPSBT ਸਿਲੇਬਸ ਦੇ ਅਕੋਰਡਿੰਗ ਉਹਦੇ ਵਿੱਚ ਸਿਲੇਬਸ ਦੇ ਵਿੱਚ ਲਿਖੀਆਂ ਹੋਈਆਂ ਹਨ। ਤੁਸੀਂ ਜਿਹੜੀ ਮਰਜ਼ੀ ਬੁੱਕ ਰੈਫਰ ਕਰ ਸਕਦੇ ਹੋ। ਡਿਪਲੋਮਾ ਲੈਵਲ ਦੀ ਸਾਰੀਆਂ ਬੁੱਕਸ ਸਾਰੀਆਂ ਠੀਕ ਹੀ ਹੁੰਦੀਆਂ, ਵਧੀਆ ਹੁੰਦੀਆਂ। ਜਿਹੜੀ ਵੀ ਤੁਹਾਨੂੰ ਚੰਗੀ ਲੱਗੇ, ਜਿਸ ਤੋਂ ਤੁਹਾਨੂੰ ਆਸਾਨੀ ਨਾਲ ਸਮਝ ਆ ਸਕੇ, ਤੁਸੀਂ ਉਹ ਬੁੱਕ ਰੈਫਰ ਕਰ ਸਕਦੇ ਹੋ। ਇਹਦੇ ਵਿੱਚ ਕੋਈ ਇੱਦਾਂ ਨਹੀਂ ਵੀ ਆਹੀ ਬੁੱਕ ਰੈਫਰ ਕਰਨੀ ਹੈ। ਇੱਕ ਤੋਂ ਜ਼ਿਆਦਾ ਬੁੱਕਸ ਰੈਫਰ ਕਰੋ, ਬੈਨੀਫਿਟ ਹੋਏਗਾ। ਅਗਰ ਕੋਸ਼ਿਸ਼ ਕਰੋ ਇੱਕ ਤੋਂ ਜ਼ਿਆਦਾ ਬੁੱਕਸ ਰੈਫਰ ਕਰੋ, ਠੀਕ ਹੈ। ਕਿਹੜੀਆਂ ਬੁੱਕਸ ਤੁਹਾਨੂੰ ਆਸਾਨੀ ਨਾਲ ਮਾਰਕੀਟ ਦੇ ਵਿੱਚ ਮਿਲ ਜਾਣਗੀਆਂ। ਕੋਈ ਇੰਨਾ ਔਖਾ ਨਹੀਂ ਹੈ ਵੀ ਇਹ ਬੁੱਕ ਨਹੀਂ ਮਿਲਣੀ। ਬੜੀਆਂ ਫੇਮਸ ਬੁੱਕਸ ਅਤੇ ਆਰਾਮ ਨਾਲ ਤੁਸੀਂ ਪਰਚੇਜ਼ ਕਰ ਸਕਦੇ ਹੋ। ਨੈਕਸਟ ਡਿਸਟਰੀਬਿਊਸ਼ਨ ਆਫ ਮਾਰਕਸ। ਅਗਰ ਇੱਧਰ ਟੋਪਿਕ ਨੰਬਰ ਦੇ ਵਿੱਚ ਲਿਖੇ ਹੋਏ ਚੈਪਟਰ ਨੰਬਰ 1 to 12। ਫਿਰ ਲਿਖਿਆ ਹੋਇਆ ਟਾਈਮ ਅਲੋਟਡ, ਮਤਲਬ ਚੈਪਟਰ 1 ਨੂੰ ਕੰਪਲੀਟ ਕਰਨ ਦੇ ਲਈ ਤੁਹਾਨੂੰ ਕਿੰਨਾ ਟਾਈਮ ਚਾਹੀਦਾ, ਕਿੰਨੇ ਲੈਕਚਰ ਚਾਹੀਦੇ। ਅਗਰ ਤੁਹਾਡਾ 1 ਘੰਟੇ ਦਾ ਲੈਕਚਰ ਹੈ ਤਾਂ ਚੈਪਟਰ 1 ਨੂੰ ਕੰਪਲੀਟ ਕਰਨ ਦੇ ਲਈ ਮਿਨੀਮਮ 2 ਲੈਕਚਰ ਚਾਹੀਦੇ ਆ। ਇਹ ਸਾਰੀਆਂ ਰਿਕੁਆਇਰਮੈਂਟਸ ਲਿਖੀਆਂ ਹੋਈਆਂ। ਚੈਪਟਰ 2 ਨੂੰ ਕੰਪਲੀਟ ਕਰਨ ਲਈ 4 ਘੰਟੇ ਚਾਹੀਦੇ ਜਾਂ 4 ਲੈਕਚਰ ਚਾਹੀਦੇ। ਸੋ ਟੋਟਲੀ ਇਸ ਸਬਜੈਕਟ ਨੂੰ ਕੰਪਲੀਟ ਕਰਨ ਦੇ ਲਈ 80 ਆਵਰਸ ਦੀ ਲੋੜ ਹੈ, 80 ਲੈਕਚਰਸ ਦੀ ਲੋੜ ਹੈ। ਨਿਊਮੈਰੀਕਲ ਸਬਜੈਕਟ ਹੈ। ਸੋ ਇਸ ਵਿੱਚ ਟਾਈਮ ਕੰਜ਼ਿਊਮਿੰਗ ਸਬਜੈਕਟ ਹੈ ਕਿ ਨਿਊਮੈਰੀਕਲ ਵਾਲਾ ਸਬਜੈਕਟ ਹੈ। ਇਸਨੂੰ ਟਾਈਮ ਦੇਣਾ ਪਏਗਾ। ਲਾਸਟ ਵਾਲਾ ਕਾਲਮ ਹੈ ਮਾਰਕਸ ਅਲੋਟਡ, ਮਤਲਬ ਟੋਪਿਕ ਨੰਬਰ 1 ਅਗਰ ਚੈਪਟਰ 1 ਤਾਂ ਉਹਦੇ ਵਿੱਚੋਂ ਅਗਰ ਤੁਹਾਡਾ ਪੇਪਰ 100 ਨੰਬਰ ਦਾ ਤਾਂ ਉਹਦੇ ਵਿੱਚ ਕਿੰਨੇ ਨੰਬਰ ਦਾ ਪੇਪਰ ਆਏਗਾ। ਚੈਪਟਰ ਵਾਈਜ਼ ਉਹਦੀ ਮਾਰਕਸ ਡਿਸਟਰੀਬਿਊਸ਼ਨ ਦਿੱਤੀ ਹੋਈ ਹੈ। ਕਿਸ ਚੈਪਟਰ 'ਚੋਂ ਕਿੰਨੇ ਨੰਬਰ ਦਾ ਪੇਪਰ ਆਏਗਾ ਇਨ ਟਰਮਸ ਆਫ ਪਰਸੈਂਟੇਜ। ਅਗਰ 75 ਮਾਰਕਸ ਦਾ ਤਾਂ ਉਹਦਾ 3% ਕਰ ਲਓ, ਉਹ ਚੈਪਟਰ 1 ਦੇ ਵਿੱਚੋਂ ਆਏਗਾ। 75 ਦਾ 5% ਦੇਖ ਲਓ ਕਿੰਨਾ ਹੁੰਦਾ, ਉਹ ਚੈਪਟਰ 2 ਦੇ ਵਿੱਚੋਂ ਆਏਗਾ। ਸੋ ਅਗਰ ਕੁਛ ਬੱਚਿਆਂ ਨੇ ਪ੍ਰੈਪਰੇਸ਼ਨ ਕਰਨੀ ਹੈ, ਕਈ ਵਾਰ ਲੇਟ ਪ੍ਰੈਪਰੇਸ਼ਨ ਸਟਾਰਟ ਕਰਦੇ ਆ, ਤਾਂ ਪਹਿਲਾਂ ਇਹ ਦੇਖ ਲੈਣ ਕਿਹੜੇ ਚੈਪਟਰ 'ਚੋਂ ਜ਼ਿਆਦਾ ਪੇਪਰ ਆਉਂਦਾ, ਜ਼ਿਆਦਾ ਮਾਰਕਸ ਆਉਂਦੇ। ਪਹਿਲਾਂ ਉਹ ਉਸ ਚੈਪਟਰਸ ਨੂੰ ਸਟੱਡੀ ਕਰੋ। ਅਗਰ ਜਿਹੜੇ ਬੱਚੇ ਲੇਟ ਪ੍ਰੈਪਰੇਸ਼ਨ ਸਟਾਰਟ ਕਰਦੇ ਆ, ਮੋਸਟਲੀ ਇੱਦਾਂ ਦੇ ਸਟੂਡੈਂਟਸ ਹੁੰਦੇ ਆ ਜੋ ਕਿ ਪੇਪਰ ਤੋਂ ਥੋੜ੍ਹਾ 1 ਮਹੀਨਾ ਪਹਿਲਾਂ ਪੜ੍ਹਨਾ ਸਟਾਰਟ ਕਰਦੇ, ਉਹਨਾਂ ਦੀ ਗੱਲ ਕਰ ਰਿਹਾ। ਅਗਰ ਨਹੀਂ ਤਾਂ ਇਸ ਸਬਜੈਕਟਸ ਨੂੰ ਰੈਗੂਲਰਲੀ ਪੜ੍ਹੋਗੇ ਤਾਂ ਸਾਰੀ ਉਹ ਹੈਲਪਫੁੱਲ ਆ, ਕਿਉਂਕਿ ਇੱਕ ਚੈਪਟਰ ਦੂਸਰੇ ਚੈਪਟਰਸ ਦੇ ਨਾਲ ਰਿਲੇਟਡ। ਇੱਦਾਂ ਨਹੀਂ ਵੀ ਤੁਸੀਂ ਸਿੱਧਾ 8th ਚੈਪਟਰ ਪੜ੍ਹ ਲਓਗੇ। 8th ਚੈਪਟਰ ਨੂੰ ਪੜ੍ਹਨ ਦੇ ਲਈ ਪੁਰਾਣੇ ਚੈਪਟਰਸ ਪੜ੍ਹਨੇ ਪੈਣਗੇ। ਕੁਛ ਇੱਦਾਂ ਹਰ ਇੱਕ ਚੈਪਟਰਸ ਦੂਸਰੇ ਚੈਪਟਰਸ ਦੇ ਨਾਲ ਕੋਰਿਲੇਟਡ ਆ। ਨੈਕਸਟ ਹੈ ਪੇਪਰ ਸਟਾਈਲ। ਪੇਪਰ ਸਟਾਈਲ ਦੇ ਵਿੱਚ ਸਿੰਪਲੀ ਡਿਪਲੋਮਾ ਲੈਵਲ ਦਾ ਜੋ ਪੇਪਰ ਹੁੰਦਾ, ਪਹਿਲਾਂ ਫਿਲਪਸ ਜਾਂ ਟਰੂ ਫਾਲਸ ਹੁੰਦੀਆਂ। ਟੋਟਲ ਮਾਰਕਸ ਹੁੰਦਾ 15 ਮਾਰਕਸ, ਕੁਛ 10 ਫਿਲਪਸ ਹੋਣਗੀਆਂ, 5 ਟਰੂ ਫਾਲਸ ਜਾਂ 7 ਫਿਲਪਸ 8 ਟਰੂ ਫਾਲਸ, ਕੁਛ ਇਸ ਤਰ੍ਹਾਂ। ਉਸ ਤੋਂ ਬਾਅਦ ਸ਼ਾਰਟ ਆਨਸਰ ਟਾਈਪ ਕੁਸ਼ਚਨ, 5 ਕੁਸ਼ਚਨ ਅਟੈਂਪਟ ਕਰਨੇ ਹੁੰਦੇ। ਆਪਸ਼ਨਸ ਹੁੰਦੀ ਆ, 6-7 ਕੁਸ਼ਚਨ ਦਿੱਤੇ ਹੁੰਦੇ, ਉਹਦੇ ਵਿੱਚੋਂ 5 ਕੁਸ਼ਚਨ ਅਟੈਂਪਟ ਕਰਨੇ ਹੁੰਦੇ। ਉਹਦਾ ਹਰ ਇੱਕ ਕੁਸ਼ਚਨ ਦਾ 6 ਮਾਰਕਸ ਹੁੰਦੇ ਆ। ਉਹ 5 ਕੁਸ਼ਚਨ ਆਫ 6 ਮਾਰਕਸ, 5 into 6 30 ਮਾਰਕਸ। ਇਹ ਕੰਪਲਸਰੀ ਨਹੀਂ ਵੀ ਆ 5 ਦੇ 5 ਕੁਸ਼ਚਨ ਜਾਂ 7 ਜਿਹੜੇ ਕੁਸ਼ਚਨ ਤੁਹਾਨੂੰ ਦਿੱਤੇ ਹੋਏ ਸਾਰੇ ਥਿਊਰੀ ਦੇ ਹੋਣ, ਵਿੱਚ 1-2 ਨਿਊਮੈਰੀਕਲ ਦੇ ਕੁਸ਼ਚਨ ਵੀ ਹੋ ਸਕਦੇ ਆ। ਲਾਸਟ ਪਾਰਟ ਸੀ ਜੋ ਹੁੰਦਾ ਲੌਂਗ ਆਨਸਰ ਟਾਈਪ ਕੁਸ਼ਚਨ, ਉਹਦੇ ਵਿੱਚ ਮੋਸਟਲੀ ਨਿਊਮੈਰੀਕਲਸ ਹੁੰਦੇ ਆ। ਅਗਰ ਤੁਹਾਨੂੰ 5 ਕੁਸ਼ਚਨ ਦਿੱਤੇ ਹੋਏ ਤਾਂ ਉਹਦੇ ਵਿੱਚ 3 ਕੁਸ਼ਚਨ ਕਰਨੇ ਆ। 10-10 ਮਾਰਕਸ ਦਾ ਕੁਸ਼ਚਨ ਹੋਏਗਾ 30 ਮਾਰਕਸ 'ਤੇ, ਕਿਉਂਕਿ ਨਿਊਮੈਰੀਕਲ ਕਾਫੀ ਲੰਬੇ ਹੁੰਦੇ, ਇਸਦੇ ਟਾਈਮ ਕੰਜ਼ਿਊਮਿੰਗ ਵਾਲਾ ਸਬਜੈਕਟ ਆ, ਅਤੇ ਪੇਪਰ ਦੇ ਵਿੱਚ ਵੀ ਕਾਫੀ ਟਾਈਮ ਲੱਗੇਗਾ ਨਿਊਮੈਰੀਕਲ ਨੂੰ ਸੋਲਵ ਕਰਨ ਦੇ ਲਈ। ਕਈ ਵਾਰ ਸ਼ੀਟਸ ਵੀ ਪੂਰੀਆਂ ਭਰ ਜਾਂਦੀਆਂ ਇਸ ਪੇਪਰ ਨੂੰ ਪੂਰਾ ਕਰਨ ਦੇ ਲਈ। ਸੋ ਸ਼ੀਟਸ ਦਾ ਵੀ ਧਿਆਨ ਰੱਖਣਾ, ਟਾਈਮ ਦਾ ਵੀ ਧਿਆਨ ਰੱਖਣਾ। ਅਗਰ ਤੁਸੀਂ ਲੌਂਗ ਆਨਸਰ ਟਾਈਪ ਕੁਸ਼ਚਨ ਨੂੰ
ਅਟੈਂਪਟ ਕਰਨ ਦੀ ਸੋਚ ਰਹੇ ਵੀ ਕਿਹੜਾ ਕੁਐਸਚਨ ਅਟੈਂਪਟ ਕੀਤਾ ਜਾਣਾ ਚਾਹੀਦਾ, ਕਿੰਨੇ ਪੇਜ ਲੱਗਣਗੇ, ਕਿੰਨਾ ਟਾਈਮ ਲੱਗੇਗਾ, ਇਹ ਧਿਆਨ ਵਿੱਚ ਰੱਖ ਕੇ ਤੁਸੀਂ ਕੁਐਸਚਨਸ ਅਟੈਂਪਟ ਕਰਨੇ ਆ। ਇਸ ਤਰ੍ਹਾਂ ਟੋਟਲ ਮਾਰਕਸ 75, ਇਸ ਤਰ੍ਹਾਂ ਟੋਟਲ ਮਾਰਕਸ ਹੈ 75। ਲਾਸਟ ਹੈ ਇਸ ਸਬਜੈਕਟ ਨੂੰ ਪੜ੍ਹਨ ਤੋਂ ਬਾਅਦ ਸਟੂਡੈਂਟਸ ਕੀ ਕਰ ਸਕਦੇ ਆ, ਕੀ ਫਾਇਦਾ ਹੋਏਗਾ ਸਟੂਡੈਂਟਸ ਨੂੰ। ਸਟੂਡੈਂਟਸ ਕੈਨ ਡਿਜ਼ਾਈਨ ਸਿੰਗਲੀ ਰੀਨਫੋਰਸਡ ਬੀਮ, ਡਬਲੀ ਰੀਨਫੋਰਸਡ ਬੀਮ, rectangular shaped beam, T-shaped beam, L-shaped beam, one-bay slab, two-bay slab, axial loaded column, their isolated footing as per IS codal provision, and students can understand the structural drawings easily। is diploma level ਦੇ ਵਿੱਚ ਦੋ drawings ਹੁਣ as per latest syllabus, latest revised syllabus, RCC drawings and structural drawings, steel structure drawings। तो उस drawings ਨੂੰ ਸਮਝਣ ਦੇ ਲਈ ਇਹ ਵਾਲਾ ਸਬਜੈਕਟ ਹੈਲਪਫੁਲ। ਅਗਰ ਇਹ ਤੁਸੀਂ ਸਬਜੈਕਟ ਧਿਆਨ ਨਾਲ ਪੜ੍ਹਿਆ ਹੋਏਗਾ ਤਾਂ ਇਹ ਸਟਰਕਚਰ ਡਰਾਇੰਗਸ ਤੁਸੀਂ ਈਜ਼ੀਲੀ ਸਮਝ ਸਕਦੇ ਹੋ। ਮੇਜਰ ਬੈਨੀਫਿਟ ਹੈ ਇਸ ਸਬਜੈਕਟ ਦਾ, ਅਗਰ ਤੁਸੀਂ ਬਾਅਦ ਵਿੱਚ ਆਫਟਰ ਡਿਪਲੋਮਾ ਕੋਈ ਡਿਜ਼ਾਈਨਿੰਗ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਇਹ ਆਫਿਸ ਵਰਕ ਮੋਸਟਲੀ ਇਹਦੇ ਵਿੱਚ ਆਫਿਸ ਵਰਕ ਹੋਏਗਾ, ਸਾਈਟ ਵਰਕ ਨਹੀਂ। ਬਾਕੀ ਅਗਰ ਤੁਸੀਂ ਕੋਈ ਸਿਵਲ ਇੰਜੀਨੀਅਰਿੰਗ ਦਾ ਕੋਈ ਹੋਰ ਸਬਜੈਕਟ ਦੇਖੋ ਉਹਦੇ ਵਿੱਚ ਜਾਣਾ ਚਾਹੋ ਤਾਂ ਉਹ ਮੋਸਟਲੀ ਫੀਲਡ ਦੇ ਸਬਜੈਕਟ ਹੁੰਦੇ ਆ, ਮਤਲਬ ਫੀਲਡ ਵਰਕ ਹੁੰਦਾ। ਲੇਕਿਨ ਇਸ ਸਬਜੈਕਟ ਦਾ ਇਹੀ ਬੈਨੀਫਿਟ ਹੈ ਕਿ ਇਹ ਆਫਿਸ ਵਰਕ ਜਿੰਨਾ ਵੀ ਕੰਮ ਤੁਹਾਡਾ ਕੈਲਕੂਲੇਸ਼ਨ ਦਾ ਹੋਏਗਾ ਉਹ ਸਾਰਾ ਆਫਿਸ ਦੇ ਵਿੱਚ ਹੋ ਜਾਏਗਾ। ਸੋ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ। ਬਾਕੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਚੈਪਟਰ ਵਾਈਜ਼ ਸਟੱਡੀ ਕਰਾਂਗੇ। ਸਬਜੈਕਟ ਥੋੜ੍ਹਾ ਔਖਾ ਹੈ, ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਆਸਾਨ ਤਰੀਕੇ ਦੇ ਨਾਲ ਪੜ੍ਹਾਉਣ ਦੀ। ਸੋ ਥੈਂਕ ਯੂ।